ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਸ਼ਬਦ ਵਿਚਾਰ। ਜਿਵੇਂ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਜੋ ਪ੍ਰਾਪਤ ਹੁੰਦੀ ਹੈ ਉਸ ਦੀ ਵਿਚਾਰ ਆਪਾਂ ਕਰ ਰਹੇ ਹਾਂ। ਤੇ ਇਹ ਪ੍ਰੋਗਰਾਮ ਆਪਾਂ 400 ਸਾਲਾ ਜਨਮ ਸ਼ਤਾਬਦੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕੀਤਾ ਹੋਇਆ ਹੈ, ਜੋ 2021 ਦੇ ਵਿੱਚ ਸਮੁੱਚੇ ਵਿਸ਼ਵ ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਆਪੋ ਆਪਣੇ ਪੱਧਰ ਉੱਪਰ ਆਪੋ ਆਪਣੇ ਸਾਧਨਾਂ ਦੇ ਮੁਤਾਬਕ ਮਨਾਇਆ ਜਾਣਾ ਹੈ। ਤੇ ਆਪਾਂ ਇਸ ਵਿੱਚ ਕੋਸ਼ਿਸ਼ ਕਰ ਰਹੇ ਹਾਂ ਵੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਨੂੰ ਆਪਾਂ ਸਾਂਝੀ ਕਰ ਸਕੀਏ, ਡਿਸਕਸ ਕਰੀਏ, ਸਮਝੀਏ ਆਪਾਂ ਗੁਰੂ ਤੇਗ ਬਹਾਦਰ ਜੀ ਸਾਡੇ ਲਈ ਕੀ ਸਿੱਖਿਆ ਦੇ ਕੇ ਗਏ ਨੇ, ਬਜਾਏ ਇਸ ਦੇ ਗੁਰੂ ਤੇਗ ਬਹਾਦਰ ਜੀ ਬਾਰੇ ਕੀ ਲਿਖਿਆ ਗਿਆ ਇਹ ਆਪਾਂ ਨੁਕਤਾ ਸਾਂਝਾ ਕਰੀਏ ਬਈ ਗੁਰੂ ਤੇਗ ਬਹਾਦਰ ਜੀ ਨੇ ਆਪ ਸਾਡੇ ਲਈ ਕੀ ਲਿਖਿਆ ਹੈ। ਇਹ ਵਧੇਰੇ ਮਹੱਤਵ ਰੱਖਣ ਵਾਲੀ ਗੱਲ ਹੈ। ਸੋ ਇਸੇ ਯਤਨ ਵਿੱਚ ਆਪਾਂ ਲੱਗੇ ਹੋਏ ਹਾਂ। ਪਿਛਲੇ ਹਿੱਸੇ ਵਿੱਚ ਆਪ 13 ਨੰਬਰ ਸ਼ਬਦ ਦੀ ਵਿਚਾਰ ਸਰਵਣ ਕਰਕੇ ਆਏ ਹੋ। ਉਹ ਸ਼ਬਦ ਦੇਵਗੰਧਾਰੀ ਰਾਗ ਦਾ ਤੀਜਾ ਆਖਰੀ ਸ਼ਬਦ ਸੀ। ਇਸ ਹਿੱਸੇ ਵਿੱਚ ਆਪਾਂ 14 ਨੰਬਰ ਸ਼ਬਦ ਦੀ ਵਿਚਾਰ ਕਰਨੀ ਹੈ। 14 ਨੰਬਰ ਸ਼ਬਦ ਰਾਗ ਬਿਹਾਗੜਾ ਦਾ ਇੱਕੋ ਇੱਕ ਸ਼ਬਦ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਆਪਾਂ ਨੂੰ ਪ੍ਰਾਪਤ ਹੁੰਦਾ ਆ। ਭਾਵ ਗੁਰੂ ਤੇਗ ਬਹਾਦਰ ਜੀ ਦਾ ਉੱਦਾਂ ਬਿਹਾਗੜਾ ਰਾਗ ਦੇ ਵਿੱਚ ਹੋਰ ਬਾਣੀ ਵੀ ਹੈਗੀ ਆ, ਪਰ ਗੁਰੂ ਤੇਗ ਬਹਾਦਰ ਜੀ ਦਾ ਇੱਕੋ ਹੀ ਸ਼ਬਦ ਆਪਾਂ ਨੂੰ ਬਿਹਾਗੜਾ ਰਾਗ ਵਿੱਚੋਂ ਪ੍ਰਾਪਤ ਹੁੰਦਾ ਹੈ। ਸੋ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਤੇ ਮੈਂ ਜਸਵਿੰਦਰ ਸਿੰਘ। ਆਓ ਫਤਿਹ ਦੀ ਸਾਂਝ ਆਪਸ ਵਿੱਚ ਪਾ ਕੇ ਗੁਰਮਤਿ ਵਿਚਾਰ ਨੂੰ ਆਪਾਂ ਆਰੰਭ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਹਾਗੜਾ ਮਹੱਲਾ ਨੌਵਾਂ। ਮੂਲ ਪਾਠ ਆਪਾਂ ਸ਼ਬਦ ਦਾ ਕਰੀਏ। ਹਰ ਕੀ ਗਤ ਨਹ ਕੋਊ ਜਾਣੈ, ਜੋਗੀ ਜਤੀ ਤਪੀ ਪਚਹਾਰੇ, ਅਰ ਬਹੁ ਲੋਗ ਸਿਆਣੇ ਰਹਾਓ। ਛਿਨ ਮਹਿ ਰਾਉ ਰੰਕ ਕਉ ਕਰਈ, ਰਾਉ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ, ਯਹ ਤਾਕੋ ਵਿਵਹਾਰੇ। ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਨ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹਿ ਨਿਆਰਾ। ਅਗਨਤ ਅਪਾਰ ਅਲਖ ਨਿਰੰਜਨ, ਜਿਹ ਸਭ ਜਗ ਭਰਮਾਇਓ, ਸਗਲ ਭਰਮ ਤਜ ਨਾਨਕ ਪ੍ਰਾਣੀ, ਚਰਨ ਤਾਹ ਚਿਤ ਲਾਇਓ। ਸੋ ਇਹ ਹੈ ਬਿਹਾਗੜਾ ਰਾਗ ਦਾ ਸ਼ਬਦ ਜੋ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਅੰਦਰ ਸ਼ਬਦ ਲੜੀ ਦੇ ਵਿੱਚ 14ਵਾਂ ਸ਼ਬਦ ਹੈ। ਆਪਾਂ ਉਚਾਰਨ ਅਤੇ ਵਿਸ਼ਰਾਮਾਂ ਦੀ ਗੱਲ ਕਰੀਏ। ਹਰ ਕੀ ਗਤ ਨਹ ਕੋਊ ਜਾਣੈ, ਇਉਂ ਪੜ੍ਹਨਾ ਆ ਇਸ ਨੂੰ। ਜੋਗੀ ਜਤੀ ਤਪੀ ਪਚਹਾਰੇ। ਜੋਗੀ ਜਤੀ ਤਪੀ ਇਹ ਤਿੰਨੋਂ ਹੀ ਨਾਊਨ ਨੇ, ਨਾਮ ਹਨ। ਇਸ ਲਈ ਤਿੰਨਾਂ ਨੂੰ ਆਪਾਂ ਸਪਸ਼ਟ ਰੂਪ ਦੇ ਵਿੱਚ ਪੜ੍ਹਾਂਗੇ ਔਰ ਇਹਨਾਂ ਦੇ ਉੱਪਰ ਹਲਕਾ ਵਿਸ਼ਰਾਮ ਦੇ ਕੇ ਆਪਾਂ ਪਾਠ ਕਰਾਂਗੇ। ਜੋਗੀ ਜਤੀ ਤਪੀ ਇਉਂ ਪਚਹਾਰੇ, ਅਰ ਬਹੁ ਲੋਕ ਸਿਆਣੇ। ਛਿਨ ਮਹਿ ਰਾਉ ਰੰਕ ਕਉ ਕਰ ਰਹੀ। ਛਿਨ ਮਹਿ ਅਰਧ ਵਿਸ਼ਰਾਮ ਦੇ ਸਕਦੇ ਹੋ ਤੁਸੀਂ ਇੱਥੇ। ਛਿਨ ਮਹਿ ਰਾਉ ਰੰਕ ਕਉ ਕਰ ਰਹੀ, ਰਾਉ ਰੰਕ ਕਰ ਡਾਰੇ। ਕਰ ਰਹੀ ਤੇ ਵਿਸ਼ਰਾਮ ਦੇਣਾ ਆ। ਅਗਲੀ ਤੁਕ ਹੈ ਜੀ ਰੀਤੇ ਭਰੇ ਭਰੇ ਸਖਨਾਵੈ। ਰੀਤੇ ਭਰੇ ਵਿਸ਼ਰਾਮ ਦਿਆਂਗੇ, ਭਰੇ ਸਖਨਾਵੈ ਇੱਥੇ ਵਿਸ਼ਰਾਮ ਦਿਆਂਗੇ। ਯਹ ਤਾਕੋ ਵਿਵਹਾਰੇ, ਇਹਨੂੰ ਤਾਂ ਕੋ ਪੜ੍ਹਾਂਗੇ, ਤਾਂ ਕੋ ਨਹੀਂ ਪੜ੍ਹਾਂਗੇ, ਕਿਉਂਕਿ ਤਾਂ ਸ਼ਬਦ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਯੋਜਕੀ ਹੁੰਦਾ ਆ ਤੇ ਤਾਂ ਸ਼ਬਦ ਪੜਨਾਵੀ ਰੂਪ ਹੈ। ਇੱਥੇ ਪੜਨਾਵੀ ਰੂਪ ਦੇ ਵਿੱਚ ਵਰਤਿਆ ਗਿਆ ਹੈ, ਇਸ ਲਈ ਆਪਾਂ ਬਿਨਾਂ ਬਿੰਦੀ ਤੋਂ ਪਾਠ ਕਰਾਂਗੇ। ਤਾਂ ਕੋ ਵਿਵਹਾਰੇ, ਆਪਣੀ ਮਾਇਆ ਆਪ ਪਸਾਰੀ, ਇੱਥੇ ਵਿਸ਼ਰਾਮ ਆਏਗਾ। ਆਪਹਿ ਦੇਖਨ ਹਾਰਾ, ਇਹਨੂੰ ਆਪ ਹੈ ਨਹੀਂ ਪੜ੍ਹਨਾ, ਬਸ ਸਿੱਧਾ ਹੀ ਪੜ੍ਹਨਾ। ਆਪਹਿ ਦੇਖਨ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਇਹਨੂੰ ਨਾਨਾ ਰੂਪ ਧਰੇ ਨਾ ਪੜਿਓ। ਨਾਨਾ ਤਾਂ ਸਾਡੀ ਇੱਕ ਰਿਸ਼ਤੇਦਾਰੀ ਆ, ਹੈ ਨਾ, ਜੋ ਨਾਨਕਿਆਂ ਵਾਲੇ ਪਾਸਿਓਂ ਹੁੰਦੀ ਆ। ਮਾਤਾ ਦੇ ਪਿਤਾ ਜੀ ਜੋ ਹੁੰਦੇ ਉਹਨਾਂ ਨੂੰ ਨਾਨਾ ਕਿਹਾ ਜਾਂਦਾ ਆ। ਸੋ ਇੱਥੇ ਉਹ ਰਿਸ਼ਤੇਦਾਰੀ ਦੀ ਗੱਲ ਨਹੀਂ ਹੋ ਰਹੀ, ਇੱਥੇ ਗੱਲ ਹੋ ਰਹੀ ਆ ਅਨੇਕਾਂ ਦੀ, ਅਨੰਤਾਂ ਦੀ। ਇਸ ਲਈ ਇਸ ਸ਼ਬਦ ਨੂੰ ਆਪਾਂ ਪੜ੍ਹਾਂਗੇ ਨਾਨਾ। ਨਾਨਾ ਰੂਪ ਧਰੇ ਬਹੁ ਰੰਗੀ, ਇੱਥੇ ਵਿਸ਼ਰਾਮ ਦਿਆਂਗੇ। ਸਭ ਤੇ ਰਹਿ ਨਿਆਰਾ। ਅਗਨਤ, ਇਹਨੂੰ ਅਗਨਤ ਨਹੀਂ ਪੜਾਂਗੇ। ਅਗਨਤ, ਅਗਨਤ ਦਾ ਅਰਥ ਅਣਗਿਣਤ, ਗਿਣਤੀ ਤੋਂ ਪਰੇ, ਸੰਖਿਆ ਤੋਂ ਪਰੇ। ਅਗਨਤ ਦਾ ਅਰਥ ਕੋਈ ਨਹੀਂ ਨਿਕਲਦਾ। ਜੇ ਅਗਨਤ ਦਾ ਅਰਥ ਆਪ ਜੀ ਕੱਢੋਗੇ ਨਾ, ਕੋਈ ਅਰਥ ਨਹੀਂ ਨਿਕਲਣਾ। ਇਸ ਲਈ ਉਚਾਰਨ ਕਰਾਂਗੇ ਆਪਾਂ ਅਗਣਤ। ਅਗਣਤ ਅਪਾਰ
अलख निरंजन इउं पढ़ना आ। ਜਿਹ ਸਭ ਜਗ ਪਰਮਾਇਓ, ਨਿਰੰਜਨ ਤੇ ਵਿਸ਼ਰਾਮ ਦੇਣਾ। ਉਹਦਾ ਇਹ ਚਾਰੇ ਸ਼ਬਦ ਆਪਣੇ ਆਪ ਦੇ ਵਿੱਚ ਵਿਸ਼ੇਸ਼ਣ ਹਨ, ਇਸ ਲਈ ਚਾਰਾਂ ਨੂੰ ਆਪਾਂ ਸੈਪਰੇਟ ਕਰਕੇ ਪੜਾਂਗੇ। ਅਗਨਤ, ਅਪਾਰ, ਅਲਖ, ਨਿਰੰਜਨ, ਚੌਹਾਂ ਨੂੰ ਆਪਾਂ ਵੱਖੋ ਵੱਖਰੇ ਪੜਾਂਗੇ। ਜਿਹ ਸਭ ਜਗ ਪਰਮਾਇਓ, ਇਹਨੂੰ ਜਹ ਸਭ ਜਗ ਪਰਮਾਇਓ ਨਹੀਂ ਪੜਾਂਗੇ। ਜਜੇ ਨੂੰ ਸਿਹਾਰੀ ਹੈ, ਸਿਹਾਰੀ ਦਾ ਉਚਾਰਨ ਆਪਾਂ ਸਿਹਾਰੀ ਰੂਪ 'ਚ ਦੇਣਾ ਹੈ। ਜਿਹ ਸਭ ਜਗ ਪਰਮਾਇਓ, ਸਗਲ ਭਰਮ ਤਜ, ਇੱਥੇ ਵਿਸ਼ਰਾਮ ਦੇਣਾ ਆ। ਨਾਨਕ ਵਿਸ਼ਰਾਮ ਦੇਣਾ ਹੈ। ਪ੍ਰਾਣੀ ਵਿਸ਼ਰਾਮ ਦੇਣਾ ਆ। ਨਾ ਚਰਨ ਤਾਹਿ ਚਿਤ ਲਾਇਓ, ਇਉਂ ਪੜ੍ਹਨਾ ਹੈ। ਸਗਲ ਭਰਮ ਤਜ, ਨਾਨਕ ਪ੍ਰਾਣੀ ਚਰਨ ਤਾਹਿ ਚਿਤ ਲਾਇਓ, ਇਉਂ ਇਸ ਦਾ ਪਾਠ ਕਰਨਾ ਆ। ਉਚਾਰਨ ਅਤੇ ਵਿਸ਼ਰਾਮਾਂ ਦੀ ਆਪਾਂ ਗੱਲ ਕੀਤੀ। ਸ਼ਬਦ ਨੂੰ ਆਪਾਂ ਹੁਣ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਤੇਗ ਬਹਾਦਰ ਜੀ ਸ਼ਬਦ ਵਿੱਚੋਂ ਇੱਕ ਬੜਾ ਹੀ ਅਹਿਮ ਜਿਹਾ ਤੇ ਨਾਜ਼ੁਕ ਜਿਹਾ ਵਿਸ਼ਾ ਲੈ ਕੇ ਚੱਲੇ ਨੇ। ਉਹ ਵਿਸ਼ਾ ਹੈ ਰੱਬ ਦਾ। ਰੱਬ ਦੇ ਵਿਸ਼ੇ ਉੱਪਰ ਵੈਸੇ ਹੀ ਅੱਜ ਦੇ ਸਮੇਂ ਸਿੱਖ ਧਰਮ ਦੇ ਵਿੱਚ ਕਾਫੀ ਵਿਚਾਰ ਚੱਲ ਰਹੀ ਹੈ। ਕੋਈ ਕਿਸੇ ਰੂਪ ਦੇ ਵਿੱਚ ਰੱਬ ਨੂੰ ਮੰਨ ਰਿਹਾ ਹੈ, ਕੋਈ ਕਿਸੇ ਰੂਪ ਦੇ ਵਿੱਚ ਰੱਬ ਨੂੰ ਮੰਨ ਰਿਹਾ ਹੈ। ਇੱਕ ਦੂਸਰੇ ਉੱਪਰ ਦੂਸ਼ਣਬਾਜ਼ੀ ਵੀ ਦੱਬ ਕੇ ਹੋ ਰਹੀ ਆ। ਆਪੋ ਆਪਣੇ ਖਿਆਲ ਪ੍ਰੌੜਤਾ ਦੇ ਲਈ ਲੋਕੀ ਆਪੋ ਆਪਣੀਆਂ ਉਦਾਹਰਨਾਂ ਚੁੱਕੀ ਫਿਰਦੇ ਹਨ। ਕੋਈ ਆਖਦਾ ਦੇਖੋ ਫਲਾਣੇ ਗ੍ਰੰਥ ਵਿੱਚ ਇਵੇਂ ਲਿਖਿਆ, ਕੋਈ ਕਿਵੇਂ, ਕੋਈ ਸ਼ਾਬਦਿਕ ਬਣਤਰ ਵਾਲੇ ਪਾਸੇ ਜਾਂਦਾ, ਕੋਈ ਕਿਵੇਂ, ਕੋਈ ਕਿਵੇਂ। ਖੈਰ, ਗੁਰੂ ਤੇਗ ਬਹਾਦਰ ਜੀ ਦੇ ਸਮੇਂ ਵੀ ਰੱਬ ਨੂੰ ਲੈ ਕੇ ਵੱਖੋ ਵੱਖਰੇ ਵਿਚਾਰ ਤੇ ਮਤਾਂ ਪ੍ਰਚਲਿਤ ਹੋਣੀਆਂ ਨੇ। ਰੱਬ ਦੇ ਸਰੂਪ ਨੂੰ ਲੈ ਕੇ ਗੱਲਾਂ ਤੇ ਮਤਾਂ ਪ੍ਰਚਲਿਤ ਹੋਣੀਆਂ ਹਨ। ਤੇ ਇਸ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਰੱਬ ਦੇ ਵਿਸ਼ੇ ਉੱਪਰ, ਉਸ ਦੇ ਸਰੂਪ ਉੱਪਰ, ਉਸ ਦੀ ਪ੍ਰਾਪਤੀ ਉੱਪਰ, ਉਸ ਦੇ ਚੱਕਰ ਚਿਹਨ ਉੱਪਰ ਗੱਲ ਖੁੱਲ੍ਹ ਕੇ ਕੀਤੀ ਆ। ਕੰਮਾਂ ਤੇ ਵੀ ਗੱਲ ਖੁੱਲ੍ਹ ਕੇ ਕੀਤੀ ਆ। ਬਈ ਲੋਕ ਕਿਵੇਂ ਕਹਿੰਦੇ ਆ ਰੱਬ ਨੂੰ, ਵੀ ਰੱਬ ਐਂ ਕਰਦਾ, ਐਂ ਕਰਦਾ। ਅਸਲ ਵਿੱਚ ਪਰਮੇਸ਼ਰ ਦਾ ਵਿਵਹਾਰ ਕੀ ਹੈ ਤੇ ਕਿਵੇਂ ਹੈ, ਕਿਸ ਰੂਪ ਦੇ ਵਿੱਚ ਉਹ ਹੋ ਰਿਹਾ ਹੈ। ਵੇਖੋ, ਇੱਕ ਚੇਤਾ ਰੱਖਣਾ, ਗੁਰਮਤ ਨੇ ਉਸ ਰੱਬ ਨੂੰ ਤੇ ਨਹੀਂ ਮੰਨਿਆ ਜਿਸ ਨੂੰ ਪੁਜਾਰੀ ਮੰਨਦਾ ਸੀ। ਕਿਉਂਕਿ ਜੇ ਪੁਜਾਰੀ ਦੇ ਮੰਨਣ ਵਾਲਾ ਰੱਬ ਹੀ ਗੁਰੂ ਪਾਤਸ਼ਾਹ ਮੰਨਦੇ, ਫਿਰ ਗੁਰੂ ਪਾਤਸ਼ਾਹ ਦੇ ਵਿਚਾਰਾਂ 'ਚ ਨਵੀਨਤਾ ਕੀ ਹੁੰਦੀ। ਦੂਜੀ ਗੱਲ, ਗੁਰੂ ਸਾਹਿਬ ਨੇ ਉਸ ਰੱਬ ਨੂੰ ਵੀ ਨਹੀਂ ਮੰਨਿਆ ਜਿਸ ਰੱਬ ਨੂੰ ਕਾਜ਼ੀ ਮੰਨਦਾ ਸੀ। ਜੇ ਕਾਜ਼ੀ ਵਾਲਾ ਗੁਰੂ ਸਾਹਿਬ ਮੰਨਦੇ, ਫਿਰ ਉਸ ਵਿੱਚ ਨਵੀਨਤਾ ਕੀ ਹੁੰਦੀ। ਗੁਰੂ ਸਾਹਿਬ ਨੇ ਉਸ ਰੱਬ ਨੂੰ ਵੀ ਸਵੀਕਾਰ ਨਹੀਂ ਕੀਤਾ ਜਿਸ ਸਰੂਪ ਨੂੰ ਯੋਗੀਆਂ ਨੇ ਮੰਨਿਆ। ਸਰੂਪ, ਜਿਹੜਾ ਸਰੂਪ ਪੁਜਾਰੀ ਨੇ ਮੰਨਿਆ, ਜਿਹੜਾ ਸਰੂਪ ਕਾਜ਼ੀ ਨੇ ਮੰਨਿਆ, ਜਿਹੜਾ ਸਰੂਪ ਯੋਗੀ ਨੇ ਮੰਨਿਆ। ਇਹਨਾਂ ਤਿੰਨਾਂ ਤੋਂ ਨਿਆਰਾ ਆਪਣਾ ਵੱਖਰਾ ਇੱਕ ਜਿਹੜਾ ਇਮੇਜ ਆ, ਇੱਕ ਵੱਖਰੀ ਵਿਚਾਰ ਆ, ਸੈਪਰੇਟ ਵਿਚਾਰ ਗੁਰੂ ਸਾਹਿਬ ਨੇ ਉਹ ਸਾਡੇ ਸਾਹਮਣੇ ਰੱਖੀ ਹੈ। ਭਗਤ ਕਬੀਰ ਜੀ ਦੇ ਬਚਨ ਹਨ। ਕਹਿਣ ਲੱਗੇ, ਕਾਜ਼ੀ ਯੋਗੀ ਗੋਰਖ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ, ਮੁਸਲਮਾਨ ਕਾ ਏਕ ਖੁਦਾਏ। ਹੁਣ ਇਹਨਾਂ ਤਿੰਨਾਂ ਦੀ ਗੱਲ ਕਰ ਦਿੱਤੀ। ਯੋਗੀ ਗੋਰਖ ਗੋਰਖ ਕਰੇ, ਯੋਗੀ ਤੇ ਗੋਰਖ ਨੂੰ ਇਹ ਸਭ ਕੁਝ ਮੰਨਦੇ ਆ, ਗੋਰਖਨਾਥ ਨੂੰ, ਜਿੱਥੋਂ ਉਹਨਾਂ ਦਾ ਯੋਗ ਮਤ ਸ਼ੁਰੂ ਹੋਇਆ ਹੈ। ਤੇ ਹਿੰਦੂ ਰਾਮ ਨਾਮ ਉਚਰੈ, ਹਿੰਦੂ ਜਿਹੜਾ ਹੈ ਉਹ ਰਾਮ ਨਾਮ ਦਾ ਉਚਾਰਨ ਕਰਦਾ ਹੈ, ਉਹ ਰਾਮਚੰਦਰ ਜੀ ਨੂੰ ਭਗਵਾਨ ਮੰਨਦਾ ਆ। ਮੁਸਲਮਾਨ ਕਾ ਏਕ ਖੁਦਾਏ, ਮੁਸਲਮਾਨ ਇੱਕ ਖੁਦਾ ਨੂੰ ਮੰਨਦਾ ਆ। ਨਾਲ ਨਾਲ ਸ਼ੈਤਾਨ ਦੀ ਹੋਂਦ ਵੀ ਉਸਨੇ ਸਵੀਕਾਰ ਕੀਤੀ ਆ ਤੇ ਖੁਦਾ ਨੂੰ ਕਿਸੇ 14ਵੇਂ ਆਲਮ ਦੇ ਉੱਪਰ ਮੰਨਿਆ ਹੋਇਆ ਹੈ, ਸੈਪਰੇਟ ਵੱਖਰਾ ਕਿਸੇ ਥਾਂ ਦੇ ਉੱਪਰ ਮੰਨਿਆ ਹੋਇਆ ਹੈ। ਤੇ ਕਬੀਰ ਜੀ ਕਹਿਣ ਲੱਗੇ, ਜਿਸ ਦੀ ਗੱਲ ਅਸੀਂ ਕਰਦੇ ਹਾਂ, ਕਬੀਰ ਕਾ ਸੁਆਮੀ ਰਹਿਆ ਸਮਾਏ। ਕਬੀਰ ਜੀ ਕਹਿੰਦੇ, ਜਿਸ ਨੂੰ ਅਸੀਂ ਮੰਨਦੇ ਹਾਂ, ਅਸੀਂ ਇਸ ਰੂਪ 'ਚ ਮੰਨਦੇ ਹਾਂ ਕਿ ਸਾਡਾ ਸੁਆਮੀ ਸਮਾ ਰਿਹਾ ਹੈ। ਸਾਡਾ ਸੁਆਮੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਰਵ ਵਿਆਪਕ ਹੈ। ਉਹ ਇੱਦਾਂ ਨਹੀਂ ਆ ਬਈ ਇੱਕ ਥਾਂ ਤੇ ਹੈ ਤੇ ਦੂਜੀ ਥਾਂ ਤੇ ਨਹੀਂ ਆ। ਇਸ ਰੂਪ ਦੇ ਵਿੱਚ ਗੁਰਬਾਣੀ ਨੇ ਨਹੀਂ ਮੰਨਿਆ। ਗੁਰਬਾਣੀ ਨੇ ਆਪਣਾ ਪੱਖ ਪੂਰਨ ਰੂਪ ਦੇ ਵਿੱਚ ਸਪਸ਼ਟ ਕੀਤਾ ਹੋਇਆ ਹੈ। ਕੋਈ ਵੀ ਵਿਸ਼ਾ ਗੁਰੂ ਸਾਹਿਬ ਨੇ ਬਾਣੀ ਵਿੱਚ ਜਿਹੜਾ ਛੋਹਿਆ, ਉਹਨੂੰ ਅਧੂਰਾ ਨਹੀਂ ਛੱਡਿਆ, ਉਹਨੂੰ ਕੰਪਲੀਕੇਟਡ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਨਹੀਂ ਛੱਡਿਆ, ਕੋਈ ਦੁਬਿਧਾ ਪਾ ਕੇ ਗੁਰੂ ਸਾਹਿਬ ਨੇ ਨਹੀਂ ਛੱਡਿਆ। ਜਾਂ ਇਉਂ ਵੀ ਹੈ ਨਹੀਂ ਵੀ ਗੁਰੂ ਸਾਹਿਬ ਨੇ ਕੋਈ ਵਿਸ਼ਾ ਚੱਕਿਆ ਤੇ ਗੁਰੂ ਸਾਹਿਬ ਤੋਂ ਕਲੀਅਰ ਨਹੀਂ ਹੋਇਆ। ਨਾ, ਸਾਡੇ ਗੁਰੂ ਸਾਹਿਬ ਬੜੇ ਸਮਰੱਥ ਸਨ। ਜਦੋਂ ਸਰੀਰ ਰੂਪ ਦੇ ਵਿੱਚ ਵਿਚਰੇ ਤੇ ਬੜੇ ਸਿਆਣੇ ਔਰ ਬੜੇ ਹੀ ਸੁਲਝੇ ਹੋਏ।
ਜਿਸ ਵੀ ਵਿਸ਼ੇ ਉੱਪਰ ਗੁਰੂ ਸਾਹਿਬ ਨੇ ਗੱਲ ਕੀਤੀ, ਬੇਬਾਕੀ ਨਾਲ ਗੱਲ ਕੀਤੀ, ਬੜੇ ਹੀ ਦਲੇਰੀ ਨਾਲ ਗੱਲ ਕੀਤੀ, ਬੜੀ ਹੀ ਸਪਸ਼ਟ ਗੱਲ ਕੀਤੀ, ਬੜੀ ਹੀ ਸੰਖੇਪ ਦੀ ਗੱਲ ਗੁਰੂ ਸਾਹਿਬ ਨੇ ਕੀਤੀ। ਲੰਮੀਆਂ ਚੌੜੀਆਂ ਫਿਲਾਸਫੀਆਂ ਵਿੱਚ ਵੀ ਗੁਰੂ ਸਾਹਿਬ ਨਹੀਂ ਪਏ, ਸਪਸ਼ਟ ਗੱਲ ਕੀਤੀ, ਸੰਖੇਪ ਗੱਲ ਕੀਤੀ, ਸੁਹਿਰਦ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਆਪਣੀ ਗੱਲ ਬਾਣੀ ਵਿੱਚੋਂ ਸਪਸ਼ਟ ਕੀਤੀ ਹੈ। ਆਪਣੇ ਆਪ ਨੂੰ ਆਪਣੀ ਬਚਨ ਪ੍ਰਤੀ, ਆਪਣੀ ਬਾਣੀ ਪ੍ਰਤੀ ਜ਼ਿੰਮੇਵਾਰ ਮੰਨਦੇ ਹੋਏ ਗੁਰੂ ਸਾਹਿਬ ਨੇ ਗੱਲ ਕੀਤੀ। ਕਈ ਲੋਕ ਤਾਂ ਇਹੋ ਜਿਹੇ ਹੁੰਦੇ ਹਨ ਜਿਹੜੇ ਆਪਣੀ ਗੱਲ ਪ੍ਰਤੀ ਜ਼ਿੰਮੇਵਾਰ ਨਹੀਂ ਹੁੰਦੇ, ਗੈਰ ਜ਼ਿੰਮੇਵਾਰ ਹੁੰਦੇ ਆ, ਗੱਲ ਕਹਿ ਵੀ ਦਿੰਦੇ ਆ, ਮੁੜ ਕੇ ਮੁੱਕਰ ਜਾਂਦੇ ਆ, ਗੱਲ ਕਹਿ ਦਿੰਦੇ ਆ, ਮੁੜ ਕੇ ਮਾਫੀ ਮੰਗ ਲੈਂਦੇ ਆ। ਗੁਰੂ ਸਾਹਿਬ ਨੇ ਇਹ ਨਹੀਂ ਕੀਤਾ। ਜੋ ਆਖਿਆ ਬੜੀ ਜ਼ਿੰਮੇਵਾਰੀ ਨਾਲ ਆਖਿਆ, ਬੜੀ ਸੁਹਿਰਦਤਾ ਨਾਲ ਆਖਿਆ, ਬੜੀ ਸਪਸ਼ਟਤਾ ਨਾਲ ਆਖਿਆ, ਬੜੇ ਸੰਖੇਪ ਜਿਹੇ ਲਹਿਜੇ ਵਿੱਚ ਗੁਰੂ ਸਾਹਿਬ ਨੇ ਆਖਿਆ ਹੈ। ਜਿੱਥੇ ਸਖਤ ਹੋਣਾ ਪਿਆ ਉੱਥੇ ਸਖਤੀ ਨੂੰ ਵੀ ਅਪਣਾਇਆ ਗਿਆ ਹੈ, ਉਸ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਗਿਆ। ਇਸ ਲਈ ਗੁਰੂ ਪਿਆਰਿਓ, ਗੱਲ ਆਪਾਂ ਕਰਦੇ ਸੀ ਹਰ ਕੀ ਗਤ ਨਹ ਕੋਊ ਜਾਣੈ। ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਵੀ ਰੱਬ ਬਾਰੇ ਜਿਹੋ ਜਿਹੇ ਖਿਆਲ ਪ੍ਰਚਲਿਤ ਕਰ ਦਿੱਤੇ ਹੋਏ ਨੇ, ਜਿਵੇਂ ਦੀਆਂ ਗੱਲਾਂ ਸੰਸਾਰ ਵਿੱਚ, ਸਮਾਜ ਵਿੱਚ ਪ੍ਰਚਲਿਤ ਕਰ ਦਿੱਤੀਆਂ ਗਈਆਂ ਨੇ, ਉਹਨਾਂ ਦੇ ਆਧਾਰ 'ਤੇ ਉਸ ਨੂੰ ਕੋਈ ਨਹੀਂ ਜਾਣਦਾ। ਉਹਨਾਂ ਗੱਲਾਂ ਦੇ ਆਧਾਰ 'ਤੇ ਉਸ ਨੂੰ ਕੋਈ ਨਹੀਂ ਜਾਣਦਾ। ਜਿਹੜੀਆਂ ਗੱਲਾਂ ਰੱਬ ਬਾਰੇ ਪ੍ਰਚਲਿਤ ਕੀਤੀਆਂ ਗਈਆਂ, ਉਹਨਾਂ ਦੇ ਆਧਾਰ 'ਤੇ ਉਹਨੂੰ ਕੋਈ ਨਹੀਂ ਜਾਣਦਾ। ਕਿਉਂਕਿ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤੇ ਹੁੰਦਾ ਆ, ਇਹਨੂੰ ਆਪਾਂ ਉਦਾਹਰਨ ਰੂਪ ਦੇ ਵਿੱਚ ਸਮਝੀਏ, ਹੈ ਨਾ। ਇੱਕ ਹੈ ਤੁਹਾਨੂੰ ਆਖਿਆ ਗਿਆ ਵੀ ਭਾਈ ਸਾਡਾ ਇੱਕ ਕਾਰ ਦੀ ਚਾਬੀ ਹੈ ਨਾ, ਉਹ ਲੌਕ ਹੋ ਗਈ ਆ ਅਤੇ ਅਸੀਂ ਇੱਥੇ ਚੱਕਰ ਕੱਟ ਰਹੇ ਸੀ ਅਤੇ ਉਹ ਸਾਡੇ ਤੋਂ ਡਿੱਗ ਗਈ, ਕਿਤੇ ਗੁਆਚ ਗਈ, ਅਤੇ ਸਾਨੂੰ ਉਹ ਲੱਭ ਕੇ ਦਿਓ। ਇੱਕ ਤਾਂ ਇਹ ਮਸਲਾ ਆ ਵੀ ਸਾਨੂੰ ਉਹ ਲੱਭ ਕੇ ਦਿਓ, ਹੈ ਨਾ। ਤਾਂ ਉਹ ਲੱਭਣ ਵਾਲੇ ਦੀ ਮਰਜ਼ੀ ਆ, ਉਹ ਜਿੱਥੋਂ ਮਰਜ਼ੀ ਲੱਭੇ, ਜਿਵੇਂ ਵੀ ਲੱਭੇ, ਜਿਸ ਵੀ ਢੰਗ ਤਰੀਕੇ ਨਾਲ ਲੱਭੇ। ਅਤੇ ਇੱਕ ਹੁੰਦਾ ਹੈ ਬੰਦਸ਼ ਲਾਉਣੀ, ਵੀ ਕਾਰ ਦੀ ਚਾਬੀ ਗੁਆਚ ਗਈ, ਇੰਨੇ ਥਾਂ ਵਿੱਚੋਂ ਲੱਭੋ, ਇੰਨੇ ਥਾਂ ਵਿੱਚੋਂ ਲੱਭੋ। ਚਾਬੀ 'ਚ ਜਿਹੜਾ ਰਿੰਗ ਪਾਇਆ ਹੋਇਆ ਉਹ ਰੈੱਡ ਰੰਗ ਦਾ ਆ ਅਤੇ ਆਕਾਰ ਇਵੇਂ ਦਾ ਆ, ਇੱਥੇ ਹੀ ਡਿੱਗੀ ਆ, ਪਰੇ ਉਰੇ ਕਿਤੇ ਨਹੀਂ ਜਾਣਾ, ਬਸ ਇੱਥੇ ਹੀ ਲੱਭੋ। ਇੱਕ ਇਹ ਚੀਜ਼ ਹੁੰਦੀ ਆ। ਜਦੋਂ ਤੁਸੀਂ ਸੀਮਤ ਕਰ ਦਿੰਦੇ ਹੋ, ਫਿਰ ਉੱਥੇ ਹੁਣ ਲੱਭਣ ਵਾਲਾ ਮਜਬੂਰ ਹੋ ਜਾਂਦਾ ਆ, ਅਤੇ ਕਈ ਵਾਰੀ ਉਹਨੂੰ ਹੱਥ ਖੜ੍ਹੇ ਕਰਨੇ ਪੈ ਜਾਂਦੇ ਆ ਵੀ ਨਹੀਂ ਜੀ, ਇਹ ਹੁਣ ਮੇਰੇ ਵੱਸ ਦੀ ਗੱਲ ਨਹੀਂ ਆ। ਜੇ ਤੁਸੀਂ ਖੁੱਲ੍ਹਾ ਛੱਡ ਦਿਓ ਵੀ ਜਿੱਥੋਂ ਜੋ ਮਿਲਦੀ ਆ ਤੁਸੀਂ ਲੱਭ ਕੇ ਦੇ ਦਿਓ, ਹੋ ਸਕਦਾ ਉਹ ਬੰਦਾ ਲੱਭ ਕੇ ਦੇ ਦੇ। ਸੋ ਰੱਬ ਦੇ ਵਿਸ਼ੇ ਉੱਪਰ ਇਵੇਂ ਕੀਤਾ ਗਿਆ ਸੀ, ਪਰਿਭਾਸ਼ਿਤ ਕੀਤਾ ਗਿਆ ਸੀ ਰੱਬ ਨੂੰ ਕੁਝ ਐਸੇ ਲੋਕਾਂ ਵੱਲੋਂ ਜਿਹੜੇ ਖੁਦ ਰੱਬ ਬਾਰੇ ਸਪਸ਼ਟ ਨਹੀਂ ਸਨ, ਜਿਨ੍ਹਾਂ ਨੂੰ ਖੁਦ ਪਰਮੇਸ਼ਰ ਦਾ ਸਰੂਪ ਸਪਸ਼ਟ ਨਹੀਂ ਸੀ। ਉਹਨਾਂ ਨੇ ਪਰਮੇਸ਼ਰ ਦੀ ਪਰਿਭਾਸ਼ਾ ਦਿੱਤੀ। ਕਿਸੇ ਨੇ ਆਖਿਆ ਵੀ ਉਹ ਇਵੇਂ ਆ ਜੀ, ਦਿਸਦਾ ਨਹੀਂ ਆ। ਕਿਸੇ ਨੇ ਆਖਿਆ ਜੀ ਉਹ 14ਵੇਂ ਆਲਮ 'ਤੇ ਰਹਿੰਦਾ ਆ। ਕਿਸੇ ਨੇ ਆਖਿਆ ਵੀ ਉਹ ਵੱਖ-ਵੱਖ ਅਵਤਾਰ ਧਾਰਨ ਕਰਕੇ ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਤਦੋਂ ਤਦੋਂ ਧਰਤੀ ਦੇ ਉੱਪਰ ਮਨੁੱਖ ਜਾਮੇ 'ਚ ਆਉਂਦਾ ਆ। ਕਿਸੇ ਨੇ ਆਖਿਆ ਵੀ ਨਹੀਂ, ਉਹ ਜੰਗਲਾਂ ਵਿੱਚੋਂ ਮਿਲਦਾ ਆ। ਕਿਸੇ ਨੇ ਆਖਿਆ ਅਨਾਜ ਤਿਆਗ ਕੇ ਉਸ ਦੀ ਪ੍ਰਾਪਤੀ ਹੁੰਦੀ। ਇੱਦਾਂ ਵੱਖੋ ਵੱਖਰੇ ਰਾਹ ਦੱਸੇ ਗਏ, ਵੱਖੋ ਵੱਖਰੇ ਸਰੂਪ ਦੱਸੇ ਗਏ। ਤੇ ਉਹਨਾਂ ਰਾਹਾਂ ਦੇ ਉੱਪਰ ਚੱਲਣ ਵਾਲਿਆਂ ਦੀ ਗੱਲ ਕਰਦੇ ਹੋਏ ਗੁਰੂ ਤੇਗ ਬਹਾਦਰ ਕਹਿਣ ਲੱਗੇ, ਹਰ ਕੀ ਗਤ ਨਹ ਕੋਊ ਜਾਣੈ। ਆਪ ਹੀ ਇਹਨਾਂ ਨੇ ਆਪਣੀਆਂ ਥਿਊਰੀਆਂ ਘੜੀਆਂ, ਆਪ ਹੀ ਵਿਆਖਿਆਵਾਂ ਘੜੀਆਂ, ਤੇ ਆਪ ਹੀ ਆਪਣੀਆਂ ਵਿਆਖਿਆਵਾਂ ਦੇ ਅਨੁਸਾਰ ਇਹ ਚੱਲ ਰਹੇ ਨੇ। ਤੇ ਉਹਨਾਂ ਦੇ ਮੁਤਾਬਕ ਇਹ ਆਪ ਨਹੀਂ ਜਾਣਦੇ ਪਰਮੇਸ਼ਰ ਕਿਵੇਂ ਆ, ਰੱਬ ਬਾਰੇ ਨਹੀਂ ਜਾਣਦੇ। ਅਗਲੀ ਤੁਕ, ਜੋਗੀ ਜਤੀ ਤਪੀ ਪਚਹਾਰੇ। ਰੱਬ ਨੂੰ ਲੱਭਣ ਵਾਲੇ ਜੋਗੀ, ਰੱਬ ਨੂੰ ਲੱਭਣ ਵਾਲੇ ਜਤੀ ਜਿਨ੍ਹਾਂ ਨੇ ਜਤ ਰੱਖਿਆ, ਘਰ ਪਰਿਵਾਰ ਤਿਆਗੇ। ਰੱਬ ਨੂੰ ਲੱਭਣ ਵਾਲੇ ਤਪੀ, ਜੋ ਤਪ ਕਰਨ ਵਾਲੇ, ਤਪੀਸਰ ਨੇ, ਧੂਣੇ ਬਾਲਣ ਵਾਲੇ ਆ, ਜਲ ਧਾਰੇ ਕਰਨ ਵਾਲੇ ਆ, ਪੁੱਠੇ ਲਟਕਣ ਵਾਲੇ ਆ, ਬਸਤਰਾਂ ਦਾ ਤਿਆਗ ਕਰਨ ਵਾਲੇ ਆ, ਪਿੰਡੇ ਤੇ ਸੁਆਹ ਮਲਣ ਵਾਲੇ ਆ, ਜਟਾਂ ਵਧਾਉਣ ਵਾਲੇ ਆ, ਕਿਸੇ ਵੀ ਰੂਪ 'ਚ ਜੋ ਹੱਠ ਕਰਦੇ ਨੇ, ਤਪ ਕਰਦੇ ਨੇ, ਉਹਨਾਂ ਦੀ ਗੱਲ ਆ। ਪਾਤਸ਼ਾਹ ਕਹਿੰਦੇ ਜੋਗੀ ਜਤੀ ਤਪੀ, ਇਹ ਤਿੰਨੋਂ ਹੀ ਕਿਸਮਾਂ, ਤੇ ਇਹਨਾਂ ਤੋਂ ਬਿਨਾਂ ਹੋਰ ਜਿੰਨੇ ਵੀ ਹੋਣੇ ਆ। ਪਚਹਾਰੇ, ਪਚਹਾਰੇ, ਪਚ ਦਾ ਅਰਥ ਤੁਸੀਂ ਕੋਸ਼ ਵਿੱਚ ਪੜ੍ਹਿਓ ਹੁੰਦਾ ਆ ਖਪਣਾ। ਪਚਹਾਰੇ, ਪਚ ਦੇ ਚੱਚੇ ਨੂੰ ਸਿਹਾਰੀ ਹੈ ਤੇ ਇਸ ਦਾ ਅਰਥ ਨਿਕਲੇਗਾ ਪਚ ਕੇ। ਖਪ ਖਪ ਕੇ ਹਾਰ ਗਏ ਹਨ, ਜਿੱਤੇ ਨਹੀਂ ਨੇ, ਹਾਰ ਗਏ ਨੇ, ਪ੍ਰਾਪਤੀ ਨਹੀਂ ਹੋਈ ਇਹਨਾਂ ਨੂੰ, ਪ੍ਰਾਪਤੀ ਨਹੀਂ ਹੋਈ ਇਹਨਾਂ ਨੂੰ, ਹਾਰ ਗਏ ਨੇ। ਔਰ ਬਹੁ ਲੋਕ ਸਿਆਣੇ, ਅਤੇ ਹੋਰ ਕਈ ਸਿਆਣੇ ਸਿਆਣੇ ਲੋਕ ਜਿਹੜੇ ਕਹਿੰਦੇ ਸੀ ਵੀ ਇੱਦਾਂ ਅਸੀਂ ਗਿਆਨ ਰਾਹੀਂ ਰੱਬ ਨੂੰ ਪਾਲਾਂਗੇ, ਹੋਰ ਕਈ ਸਿਆਣੇ ਸਿਆਣੇ ਲੋਕ ਪਚ ਕੇ ਖਪ ਕੇ ਹਾਰ ਗਏ, ਕਿਉਂਕਿ ਆਪਣੀਆਂ ਮਨੌਤਾਂ ਘੜੀਆਂ,
ਤੇ ਆਪਣੀਆਂ ਘੜੀਆਂ ਕਢਾਈਆਂ ਮਨੌਤਾਂ ਦੇ ਮੁਤਾਬਕ ਜਾਂ ਲੋਕਾਂ ਦੇ ਦੱਸੇ ਹੋਏ ਰਾਹਾਂ ਦੇ ਉੱਪਰ ਚੱਲਦੇ ਹੋਏ, ਜਿਵੇਂ ਪਹਿਲਾਂ ਤੋਂ ਦੱਸਿਆ ਗਿਆ ਸੀ, ਜਿਵੇਂ ਪਹਿਲਾਂ ਤੋਂ ਵਿਆਖਿਆ ਕੀਤੀ ਗਈ ਸੀ, ਜਿਵੇਂ ਪਹਿਲਾਂ ਤੋਂ ਰਾਹ ਦੱਸਿਆ ਗਿਆ ਸੀ, ਬਸ ਉਹਨਾਂ ਦੇ ਉੱਪਰ ਚੱਲਦੇ ਹੋਏ ਹਾਰ ਗਏ ਨੇ। ਸਿਆਣੇ ਲੋਕ ਵੀ ਹਾਰ ਗਏ, ਜੋਗੀ ਜਤੀ ਤਪੀ ਵੀ ਹਾਰ ਗਏ। ਖੱਪ ਖੱਪ ਕੇ ਕਿਸੇ ਨੂੰ ਵੀ ਰੱਬ ਦੇ ਸਰੂਪ ਬਾਰੇ ਪਤਾ ਨਹੀਂ ਚੱਲ ਸਕਿਆ। ਕੋਈ ਵੀ ਉਸ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਿਆ ਜਿਸ ਬਾਰੇ ਜੋਗੀ ਜਤੀ ਤਪੀ ਇਤਿਆਦਿਕ ਇਹਨਾਂ ਲੋਕਾਂ ਨੇ ਗੱਲਾਂ ਬਾਤਾਂ ਕੀਤੀਆਂ ਹਨ। ਅਗਲੀ ਗੱਲ, ਛਿਨ ਮਹਿ ਰਾਉ ਰੰਕ ਕਉ ਕਰ ਰਹੀ, ਰਾਉ ਰੰਕ ਕਰ ਡਾਰੇ। ਕਹਿੰਦੇ ਇੱਕ ਖਿਨ ਵਿੱਚ ਪਰਮਾਤਮਾ ਰਾਉ ਰੰਕ ਕਉ ਕਰ ਰਹੀ, ਰੰਕ ਨੂੰ ਕੰਗਾਲ ਨੂੰ ਰਾਜਾ ਬਣਾ ਦਿੰਦਾ, ਤੇ ਰਾਉ ਰੰਕ ਕਰ ਡਾਰੇ, ਤੇ ਰਾਉ ਨੂੰ ਰਾਜੇ ਨੂੰ ਰੰਕ ਕੰਗਾਲ ਵੀ ਬਣਾ ਦਿੰਦਾ। ਇੱਕ ਖਿਨ ਵਿੱਚ ਉਹ ਕੰਗਾਲ ਨੂੰ ਰਾਜਾ ਤੇ ਰਾਜੇ ਨੂੰ ਕੰਗਾਲ ਬਣਾਉਣ ਦੀ ਸਮਰੱਥਾ ਰੱਖਦਾ ਆ। ਵੀ ਰੱਬ ਇਹੋ ਜਿਹਾ ਆ। ਹੁਣ ਇੱਦਾਂ ਦੱਸਿਆ ਰੱਬ ਬਾਰੇ, ਤੇ ਜਦੋਂ ਇੱਦਾਂ ਦੱਸਿਆ ਫਿਰ ਕਈ ਲੋਕੀ ਇੱਦਾਂ ਹੀ ਭਗਤੀ ਕਰਨ ਬੈਠ ਗਏ ਵੀ ਮੈਂ ਤਾਂ ਹਾਂ ਜੀ ਕੰਗਾਲ ਤੇ ਮੈਂ ਬਣਨਾ ਰਾਜਾ, ਤੇ ਚਲੋ ਫਿਰ ਜੰਗਲਾਂ ਨੂੰ ਚੱਲੀਏ, ਰਾਜੇ ਬਣੀਏ। ਤੇ ਅਖੀਰ ਕੀ ਹੋਏਗਾ? ਖੱਪ ਕੇ ਹਾਰੇਗਾ ਹੀ ਨਾ ਬੰਦਾ। ਪਰ ਬਹੁ ਲੋਕ ਸਿਆਣੇ ਹਰ ਕੀ ਗਤ ਨਹ ਕੋਊ ਜਾਣੈ, ਇੱਦਾਂ ਨਹੀਂ ਜਾਣ ਸਕਦੇ ਨੇ। ਇਹ ਵਿਆਖਿਆ ਦਿੱਤੀ ਗਈ, ਇਹ ਪਰਿਭਾਸ਼ਾ ਦਿੱਤੀ ਗਈ, ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਭਾਈ ਐਵੇਂ ਨਾ ਆਖੋ ਤੁਸੀਂ। ਜੇ ਕੋਈ ਕੰਗਾਲ ਰਾਜਾ ਬਣਦਾ ਤਾਂ ਆਪਣੀ ਮਿਹਨਤ ਨਾਲ ਬਣਦਾ ਆ। ਜੇ ਇਹ ਆਖੋ ਵੀ ਫਲਾਣੀ ਥਾਂ ਤੇ ਜਾ ਕੇ ਤਪੱਸਿਆ ਕਰਕੇ ਉਹ ਰਾਜਾ ਬਣ ਗਿਆ, ਫਿਰ ਤੇ ਸਾਰੀ ਦੁਨੀਆ ਉਸ ਪਾਸੇ ਦੌੜੇਗੀ। ਕਿਹਨੂੰ ਕਿਹਨੂੰ ਰਾਜੇ ਬਣਾਈ ਜਾਓਗੇ ਤੁਸੀਂ? ਪਰਜਾ 'ਚ ਕੌਣ ਰਹੇਗਾ? ਸਾਰੇ ਰਾਜਾ ਬਣਨ ਦੇ ਇੱਛੁਕ ਹੋਣਗੇ। ਜੇ ਆਖੋਗੇ ਵੀ ਫਲਾਣਾ ਕੰਮ ਕਰਨ ਕਰਕੇ ਇੱਕ ਜਿਹੜਾ ਰਾਜਾ ਸੀ ਉਹ ਕੰਗਾਲ ਬਣ ਗਿਆ, ਇੱਦਾਂ ਵੀ ਨਹੀਂ ਹੁੰਦਾ। ਕਈਆਂ ਨੂੰ ਰਾਜਿਆਂ ਨੂੰ ਵੇਖਿਆ ਆ, ਉਹ ਨਹੀਂ ਕੰਗਾਲ ਹੁੰਦੇ, ਨਹੀਂ ਕੰਗਾਲ ਹੁੰਦੇ। ਉਹ ਰਾਜੇ ਹੁੰਦੇ ਆ ਤੇ ਰਾਜੀ ਮਰਦੇ ਆ। ਉਹ ਅੱਜ ਵੀ ਸਾਹਮਣੇ ਹੀ ਆ। ਕਈ ਲੋਕੀ ਕਹਿੰਦੇ ਨੇ ਵੀ ਫਲਾਣਾ ਬੰਦਾ ਕਿਉਂ ਨਹੀਂ, ਉਹਨੂੰ ਕੁਛ ਹੁੰਦਾ ਜੀ, ਉਹਨੇ ਐਡੇ ਪਾਪ ਕੀਤੇ ਆ, ਐਡੇ ਮਾੜੇ ਕੰਮ ਕੀਤੇ ਆ। ਫਿਰ ਉੱਥੇ ਤੁਸੀਂ ਕੀ ਜਵਾਬ ਦਿਓਗੇ? ਸੋ ਇਹ ਜਿਹੜੀ ਮਨੌਤ ਘੜ ਲਈ ਗਈ ਆ, ਇਹ ਵੀ ਸਹੀ ਨਹੀਂ ਆ। ਮਨੁੱਖ ਆਪਣੇ ਕਰਮਾਂ ਕਰਕੇ ਕੰਗਾਲ ਬਣਦਾ ਆ, ਆਪਣੇ ਕਰਮਾਂ ਕਰਕੇ ਜਿਹੜਾ ਹੈ ਉਹ ਬਾਦਸ਼ਾਹ ਬਣਦਾ ਆ। ਕਈ ਗਰੀਬ ਤੋਂ ਗਰੀਬ ਘਰਾਂ 'ਚ ਜਨਮਿਆਂ ਨੂੰ ਤੁਸੀਂ ਬਾਦਸ਼ਾਹ ਬਣੇ, ਰਾਜੇ ਬਣੇ ਵੇਖਿਆ ਹੋਣਾ। ਮਿਹਨਤ ਨਾਲ ਬਣੇ ਆ, ਉਹਨਾਂ ਨੇ ਉਦਮ ਕੀਤਾ, ਉਹਨਾਂ ਨੇ ਮਿਹਨਤ ਕੀਤੀ। ਪ੍ਰਤੱਖ ਉਦਾਹਰਨਾਂ ਨੇ ਇਹਦੇ ਆਪਣੇ ਸਾਹਮਣੇ ਦੀਆਂ। ਭਾਰਤ ਦੇ ਰਹਿ ਚੁੱਕੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ, ਉਹਨਾਂ ਦੀ ਗੱਲ ਕਰੋਗੇ, ਪਰਿਵਾਰਕ ਪਿਛੋਕੜ ਦੇਖੋਗੇ, ਕਿਹੜੇ ਰਾਜਿਆਂ ਮਹਾਰਾਜਿਆਂ ਤੇ ਕਿਹੜੇ ਪੋਲੀਟੀਕਲ ਘਰਾਣਿਆਂ ਦਾ ਆ ਉਹਨਾਂ ਦਾ। ਪੜ੍ਹਾਈ ਲਿਖਾਈ ਕੀਤੀ, ਮਿਹਨਤ ਕੀਤੀ, ਤੇ ਮਿਹਨਤ ਕਰਦੇ ਕਰਦੇ ਕਿੱਥੋਂ ਕਿੱਥੇ ਪਹੁੰਚ ਗਏ। ਤੇ ਜੇ ਵਿਦੇਸ਼ਾਂ 'ਚੋਂ ਗੱਲ ਕਰੀਏ, ਬਿਲ ਗੇਟਸ ਦੀ ਗੱਲ ਕਰੀਏ, ਇੱਕ ਗਰੀਬ ਘਰ ਵਿੱਚੋਂ ਜੰਮ ਕੇ ਕਿੱਥੋਂ ਕਿੱਥੇ ਤੱਕ ਉਹ ਅੱਪੜ ਗਏ ਨੇ, ਪਹੁੰਚ ਗਏ ਨੇ। ਉਹ ਵੀ ਕਹਿੰਦੇ ਵੀ ਮਿਹਨਤ ਹੈ ਤੁਹਾਡੀ। ਮੈਂ ਇੱਕ ਥਾਂ 'ਤੇ ਪੜ੍ਹ ਰਿਹਾ ਸਾਂ, ਕਹਿੰਦੇ ਬਿਲ ਗੇਟਸ ਨੇ ਲਿਖਿਆ ਵਾ ਬਈ ਜੇ ਤੁਸੀਂ ਗਰੀਬ ਘਰ 'ਚ ਜੰਮਦੇ ਹੋ, ਇਹਦੇ 'ਚ ਤੁਹਾਡਾ ਕੋਈ ਕਸੂਰ ਨਹੀਂ ਹੈ, ਪਰ ਜੇ ਗਰੀਬ ਮਰ ਜਾਂਦੇ ਹੋ ਫਿਰ ਤੁਹਾਡਾ ਕਸੂਰ ਹੈ, ਕਿਉਂਕਿ ਤੁਸੀਂ ਮਿਹਨਤ ਨਹੀਂ ਕੀਤੀ, ਕਿਉਂਕਿ ਤੁਸੀਂ ਉਦਮ ਨਹੀਂ ਕੀਤਾ। ਤੇ ਗੁਰਬਾਣੀ ਸਾਨੂੰ ਉਦਮੀ ਬਣਾਉਂਦੀ ਹੈ, ਆਲਸੀ ਨਹੀਂ ਬਣਾਉਂਦੀ। ਸਾਨੂੰ ਜੋ ਪ੍ਰਾਪਤ ਹੋਣਾ ਆ ਉਹ ਮਿਹਨਤ ਨਾਲ ਪ੍ਰਾਪਤ ਹੋਣਾ, ਜੋ ਪ੍ਰਾਪਤ ਹੋਣਾ ਆਪਣੇ ਉਦਮ ਨਾਲ ਪ੍ਰਾਪਤ ਹੋਣਾ ਆ। ਜੇ ਅਸੀਂ ਉਦਮ ਕਰਾਂਗੇ, ਮਿਹਨਤ ਕਰਾਂਗੇ, ਫਿਰ ਸਾਡੀ ਪ੍ਰਾਪਤੀ ਹੈ। ਪੰਜਾਬੀ ਦਾ ਵੈਸੇ ਹੀ ਇੱਕ ਅਖਾਉਤ ਆ ਬਈ ਮਿਹਨਤ ਅੱਗੇ ਲੱਛਮੀ ਪੱਖੇ ਅੱਗੇ ਪਾਉਣਾ। ਜਿਵੇਂ ਪੱਖਾ ਚੱਲਦਾ ਆ, ਉਹਦੇ ਅੱਗੇ ਹਵਾ ਹੁੰਦੀ ਹੈ ਨਾ, ਇੱਦਾਂ ਹੀ ਕਹਿੰਦੇ ਮਿਹਨਤ ਕਰਾਂਗੇ ਤਾਂ ਮਿਹਨਤ ਵਿੱਚੋਂ ਸਾਨੂੰ ਚੰਗੀ ਪ੍ਰਾਪਤੀ ਵੀ ਹੈਗੀ ਆ। ਕਈਆਂ ਦੀ ਮਿਹਨਤਾਂ ਵਿਅਰਥ ਵੀ ਜਾਂਦੀਆਂ ਨੇ, ਉਹਦੇ 'ਚ ਵੀ ਕੋਈ ਸ਼ੱਕ ਨਹੀਂ। ਕਈਆਂ ਨੂੰ ਮਿਹਨਤ ਵਿੱਚੋਂ ਪ੍ਰਾਪਤੀ ਵੀ ਹੁੰਦੀ ਹੈ। ਡਿਪੈਂਡ ਕਰਦਾ ਹੈ ਅਸੀਂ ਮਿਹਨਤ ਕਿਸ ਰੂਪ 'ਚ ਕਰਦੇ ਹਾਂ, ਅਭਿਆਸ ਅਸੀਂ ਕਿਸ ਰੂਪ 'ਚ ਕਰਦੇ ਹਾਂ। ਅਸੀਂ ਪਾਣੀ 'ਚ ਮਧਾਣੀ ਪਾ ਕੇ ਮਿਹਨਤ ਕਰ ਰਹੇ ਹਾਂ, ਜਾਂ ਅਸੀਂ ਜਿਹੜਾ ਹੈ ਦਹੀਂ ਜਮਾਇਆ, ਜਾਗ ਲਾਇਆ ਹੋਇਆ ਤੇ ਫਿਰ ਉਹਦੇ 'ਚ ਮਧਾਣੀ ਪਾ ਕੇ ਮਿਹਨਤ ਕਰ ਰਹੇ ਹਾਂ। ਮਿਹਨਤ ਤੇ ਦੋਵੇਂ ਪਾਸੇ ਹੋ ਰਹੀ ਹੈ। ਨਿਰਭਰ ਕਰਦਾ ਆ ਮਿਹਨਤ ਕਰਨ ਦਾ ਤਰੀਕਾ ਕੀ ਆ, ਇਹ ਤਰੀਕੇ 'ਤੇ ਵੀ ਡਿਪੈਂਡ ਕਰਦਾ ਹੈ ਨਾ। ਖੈਰ ਇਹ ਆਪਣਾ ਵਿਸ਼ਾ ਨਹੀਂ ਹੈ, ਪਰ ਇੱਥੇ ਆਪਾਂ ਨੂੰ ਗੱਲ ਸਪਸ਼ਟ ਕਰਨੀ ਪਏਗੀ। ਗੁਰੂ ਸਾਹਿਬ ਕਹਿੰਦੇ ਵੀ ਇੱਦਾਂ ਦੇ ਖਿਆਲ ਦਿੱਤੇ ਗਏ, ਤੇ ਖਿਆਲਾਂ ਦੇ ਮੁਤਾਬਕ ਫਿਰ ਕਈ ਲੋਕਾਂ ਨੇ ਜ਼ੋਰ ਲਾਇਆ, ਤੇ ਜ਼ੋਰ ਲਾ ਕੇ ਉਹ ਜਿਹੜੇ ਹੈਗੇ ਆ ਪਚ ਕੇ ਹਾਰ ਗਏ ਨੇ, ਖੱਪ ਗਏ ਨੇ, ਖਪੇ ਨੇ, ਤੇ ਖੱਪ ਕੇ ਓੜਕ ਨੂੰ ਉਹ ਹਾਰੇ ਨੇ। ਪਰ ਹਰ ਕੀ ਗਤ ਨਹ ਕੋਊ ਜਾਣੈ, ਇੱਦਾਂ ਉਹ ਰੱਬ ਦੀ ਗਤ ਨੂੰ ਨਹੀਂ ਜਾਣ ਸਕੇ।
छिन मह राव रंक कौ कर रही राव रंक कर डारे रीते भरे भरे सखनावै यह ताको व्यवहारे। ਇਹ ਵੀ ਆਖਿਆ ਜਾਂਦਾ ਆ ਕਿ ਰੀਤੇ ਭਰੇ, ਰੀਤੇ ਦਾ ਅਰਥ ਹੁੰਦਾ ਖਾਲੀ, ਭਰੇ ਦਾ ਅਰਥ ਹੁੰਦਾ ਆ ਭਰ ਦੇਣਾ, ਵੀ ਖਾਲੀਆਂ ਨੂੰ ਉਹ ਭਰ ਦਿੰਦਾ ਆ ਤੇ ਭਰਿਆਂ ਨੂੰ ਖਾਲੀ ਕਰ ਦਿੰਦਾ ਆ। ਯਹ ਤਾਕੋ ਵਿਵਹਾਰੇ, ਪਰਮੇਸ਼ਰ ਦਾ ਵਿਵਹਾਰ ਇੱਦਾਂ ਦਾ ਆ ਬਈ ਉਹ ਭਰੇ ਹੋਏ ਨੂੰ ਖਾਲੀ ਕਰ ਦਿੰਦਾ ਆ ਤੇ ਜਿਹੜੇ ਖਾਲੀ ਹਨ ਉਹਨਾਂ ਨੂੰ ਭਰ ਦਿੰਦਾ ਆ। ਠੀਕ ਹੈ, ਇਹ ਪਰਮੇਸ਼ਰ ਦੇ ਜਿਹੜੇ ਬਣਾਏ ਹੋਏ ਨਿਯਮ ਹਨ ਪ੍ਰਕਿਰਤੀ ਦੇ, ਪ੍ਰਕਿਰਤੀ ਦੇ ਨਿਯਮਾਂ ਦੇ ਮੁਤਾਬਕ ਕਈ ਖਾਲੀ ਭਰੇ ਵੀ ਜਾਂਦੇ ਆ ਤੇ ਕਈ ਭਰੇ ਹੋਏ ਖਾਲੀ ਹੋ ਵੀ ਜਾਂਦੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਆ, ਕੋਈ ਇਹਦੇ 'ਚ ਦੋ ਰਾਵਾਂ ਨਹੀਂ ਨੇ, ਕਿਉਂਕਿ ਜੋ ਨਿਯਮ ਦੀ ਪਾਲਣਾ ਕਰਦਾ ਆ ਉਹ ਭਰਿਆ ਹੋਇਆ ਰਹਿ ਸਕਦਾ ਆ ਤੇ ਜੋ ਨਹੀਂ ਕਰਦਾ ਕੋਈ ਕਾਰਨ ਬਣ ਜਾਂਦਾ ਉਹ ਫਿਰ ਸੁੱਕ ਕੇ ਖਾਲੀ ਹੋ ਕੇ ਸੁੱਕ ਵੀ ਜਾਂਦਾ ਆ। ਇਵੇਂ ਸੰਸਾਰ ਵਿੱਚ ਆ ਕਈ ਚੰਗੇ ਚੰਗੇ ਧਨਾੜ ਐਸੇ ਤੁਸੀਂ ਵੇਖੇ ਹੋਣੇ ਆ, ਕਿਸੇ ਸਮੇਂ ਜਿਹੜੇ ਸੀ ਲੱਖਾਂ ਕਰੋੜਾਂ ਦੇ ਮਾਲਕ, ਪਰ ਸਮਾਂ ਐਸਾ ਬਣਿਆ ਉਹ ਲੋਕਾਂ ਦੇ ਦਰਾਂ ਤੇ ਮੰਗਦੇ ਵੇਖੇ ਗਏ ਨੇ। ਅਸੀਂ ਵੀ ਦੇਖੇ ਆ, ਤੁਸੀਂ ਵੀ ਐਸੇ ਵੇਖੇ ਹੋਣੇ ਆ, ਉੱਪਰੋਂ ਹੇਠਾਂ ਡਿੱਗਦੇ ਤੇ ਹੇਠਾਂ ਤੋਂ ਉੱਪਰ ਨੂੰ ਜਾਂਦੇ। ਉਹਦੇ ਪਿੱਛੇ ਜ਼ਰੂਰ ਕਈ ਕਾਰਨ ਹੁੰਦੇ ਆ, ਕਾਰਨ ਹੁੰਦੇ ਨੇ ਜਿਨ੍ਹਾਂ ਕਾਰਨਾਂ ਕਰਕੇ ਉਹ ਡਿੱਗ ਪੈਂਦੇ ਨੇ ਅਰਸ਼ ਤੋਂ ਫਰਸ਼ ਉੱਪਰ, ਤੇ ਕਈ ਹੁੰਦੇ ਆ ਜਿਹੜੇ ਫਰਸ਼ ਤੋਂ ਅਰਸ਼ ਤੱਕ ਜਾ ਰਹਿੰਦੇ ਨੇ। ਉਹਦਾ ਕਾਰਨ ਇਹ ਆ, ਤੇ ਉਹ ਜਿਹੜੇ ਪਰਮੇਸ਼ਰ ਦੇ ਬਣਾਏ ਹੋਏ ਨਿਯਮ ਨੇ ਉਹਨਾਂ ਦੇ ਮੁਤਾਬਕ ਚੱਲਣਾ ਪੈਂਦਾ ਆ। ਉਸ ਨਿਯਮ ਦੇ ਮੁਤਾਬਕ ਹੀ ਰੱਬ ਜੀ ਦੇ ਸਾਜੇ ਹੋਏ ਸਾਰੇ ਦੇ ਸਾਰੇ ਪ੍ਰਕਿਰਤੀ ਜੋ ਹੈ ਨਾ, ਬ੍ਰਹਿਮੰਡ ਜੋ ਆ, ਇਹ ਬ੍ਰਹਿਮੰਡ ਇਹ ਤਾਂ ਹੈ ਨਹੀਂ ਵੀ ਰੱਬ ਨੇ ਬਣਾ ਕੇ ਛੱਡ ਦਿੱਤਾ ਤੇ ਇਹਦੇ ਲਈ ਕੋਈ ਨਿਯਮ ਹੀ ਨਹੀਂ ਬਣਾਇਆ। ਪਰਮੇਸ਼ਰ ਨੇ ਬ੍ਰਹਿਮੰਡ ਦੇ ਲਈ ਨਿਯਮ ਵੀ ਸਥਾਪਿਤ ਕੀਤੇ ਹੋਏ ਆ ਤੇ ਇਹਨਾਂ ਨਿਯਮਾਂ ਦੇ ਮੁਤਾਬਕ ਜੋ ਚੱਲਦਾ ਆ ਭਾਈ ਉਹ ਫਰਸ਼ੋਂ ਅਰਸ਼ ਤੱਕ ਜਾ ਸਕਦਾ ਆ, ਤੇ ਜਿਹੜੇ ਉਹਨਾਂ ਨਿਯਮਾਂ ਨੂੰ ਅਰਸ਼ ਤੇ ਜਾ ਕੇ ਛੱਡ ਦਿੰਦੇ ਆ ਉਹ ਫਰਸ਼ ਤੇ ਵੀ ਡਿੱਗ ਪੈਂਦੇ ਆ, ਖਾਲੀ ਭਰੇ ਵੀ ਜਾਂਦੇ ਆ ਤੇ ਭਰੇ ਖਾਲੀ ਵੀ ਹੋ ਜਾਂਦੇ ਆ। ਗੱਲ ਉਹੀ ਹੈ, ਨਿਰਭਰ ਇਹ ਵੀ ਸਾਡੇ ਕਰਮਾਂ ਤੇ ਕਰਦਾ, ਨਿਰਭਰ ਇਹ ਵੀ ਸਾਡੇ ਕਰਮਾਂ ਤੇ ਕਰਦਾ, ਕਰਮ ਅਸੀਂ ਕਿਵੇਂ ਦੇ ਕਰਦੇ ਹਾਂ। ਅਗਲੀ ਗੱਲ ਹੈ ਜੀ, ਆਪਣੀ ਮਾਇਆ ਆਪ ਪਸਾਰੀ ਆਪੇ ਦੇਖਣ ਹਾਰਾ। ਆਪਣੀ ਮਾਇਆ, ਇਹ ਪਰਮੇਸ਼ਰ ਦੀ ਆਪਣੀ ਮਾਇਆ ਆ। ਮਾਇਆ ਤੋਂ ਭਾਵ ਆ ਸਾਰੀ ਧਰਤੀ ਆ, ਸਾਰਾ ਬ੍ਰਹਿਮੰਡ, ਸਾਰੀ ਸ੍ਰਿਸ਼ਟੀ, ਸਾਰੀ ਜਗ ਰਚਨਾ ਆਪ ਪਸਾਰੀ। ਇਹ ਸਾਰਾ ਪਸਾਰਾ ਉਸਦੇ ਆਪਣੇ ਆਪੇ ਦਾ ਹੀ ਆ, ਆਪੇ ਦਾ ਪਸਾਰਾ ਆ, ਪਸਾਰਾ ਉਸਨੇ ਆਪ ਕੀਤਾ ਹੋਇਆ ਹੈ। ਆਪੇ ਦੇਖਣ ਹਾਰਾ, ਤੇ ਇਸ ਦੀ ਸੰਭਾਲ ਵੀ ਇਹਦੇ ਵਿੱਚੋਂ ਉਹ ਆਪ ਹੀ ਕਰ ਰਿਹਾ ਹੈ, ਸੰਭਾਲ ਵੀ ਵਿੱਚੋਂ ਹੀ ਕਰ ਰਿਹਾ ਹੈ, ਬਾਹਰੋਂ ਨਹੀਂ, ਵਿੱਚੋਂ ਹੀ। ਜਿਵੇਂ ਇੱਕ ਡਰਾਈਵਰ ਆ ਨਾ, ਉਹ ਕਾਰ ਚਲਾ ਰਿਹਾ, ਹੁਣ ਉਹ ਸੜਕ ਤੇ ਜਾ ਰਿਹਾ, ਟ੍ਰੈਫਿਕ ਕਾਫੀ ਜ਼ਿਆਦਾ ਹੈ ਨਾ, ਸਟਕ ਹੋਈ ਪਈ ਆ, ਜਾਮ ਲੱਗਿਆ ਹੋਇਆ ਕਾਫੀ ਲੰਮਾ, ਤੇ ਫਿਰ ਹੌਲੀ ਹੌਲੀ ਜਦੋਂ ਟ੍ਰੈਫਿਕ ਚੱਲਦੀ ਹੈ ਫਿਰ ਸਾਰਿਆਂ ਨੂੰ ਕਾਹਲ ਹੁੰਦੀ, ਮੈਂ ਪਹਿਲੋਂ ਜਾਵਾਂ। ਫਿਰ ਆਪੋ ਆਪਣੇ ਵਹੀਕਲ ਦੀ ਸੰਭਾਲ ਕੌਣ ਕਰਦਾ ਜੀ? ਕੋਈ ਬਾਹਰੋਂ ਕਰਦਾ ਜਾਂ ਜਿਹੜੇ ਅੰਦਰ ਬੈਠੇ ਨੇ ਉਹ ਕਰਦੇ ਆ? ਜਿਹੜੇ ਅੰਦਰ ਬੈਠੇ ਡਰਾਈਵ ਕਰਦੇ ਨੇ ਉਹੀ ਆਪਣੇ ਵਹੀਕਲ ਦੀ ਸੰਭਾਲ ਕਰਦੇ ਨੇ, ਅੰਦਰੋਂ ਹੀ ਕਰਦੇ ਨੇ ਸੰਭਾਲ, ਅੰਦਰੋਂ ਹੀ ਵੇਖਦੇ ਨੇ ਉਹ ਸਭ ਕੁਝ, ਵੀ ਅੱਗੋਂ ਟੱਚ ਨਾ ਹੋ ਜਾਏ, ਪਿੱਛੋਂ ਸਾਡਾ ਡਿਸਟੈਂਸ ਰਹੇ, ਸੱਜਿਓਂ ਖੱਬਿਓਂ ਸਾਡਾ ਡਿਸਟੈਂਸ ਬਣਿਆ ਰਹੇ, ਇੱਕ ਟਰੈਕ ਉੱਪਰ ਚੱਲੀ ਜਾਈਏ, ਜੇ ਕੋਈ ਓਵਰਟੇਕ ਕਰਦਾ ਆ ਤਾਂ ਉਹਦੇ ਤੋਂ ਬਚਾ ਕਿਵੇਂ ਕਰਨਾ ਆ, ਉਹ ਸੰਭਾਲ ਅੰਦਰੋਂ ਹੀ ਹੁੰਦੀ ਹੈ ਨਾ। ਅੰਦਰ ਬੈਠਾ ਡਰਾਈਵਰ ਇਹ ਸੰਭਾਲ ਕਰਦਾ ਨਾ ਵਹੀਕਲ ਦੀ। ਠੀਕ ਹੈ, ਕਈ ਵਾਰੀ ਉਹ ਧੋਣ ਵਾਸਤੇ ਬਾਹਰ ਵੀ ਉਹਨੂੰ ਆਉਣਾ ਪੈਂਦਾ, ਵਾਸ਼ ਕਰਨ ਵਾਸਤੇ ਉਸਨੂੰ ਬਾਹਰ ਵੀ ਆਉਣਾ ਪੈਂਦਾ ਆ, ਪਰ ਜਦੋਂ ਚੱਲ ਰਿਹਾ ਉਹ ਚੱਲ ਰਹੇ ਕਾਰਜ ਵਿੱਚ ਤੇ ਅੰਦਰੋਂ ਸੰਭਾਲਿਆ ਨਾ। ਇਵੇਂ ਹੀ ਆ ਜਿਹੜਾ ਸਾਡਾ ਸੰਸਾਰ ਆ, ਬ੍ਰਹਿਮੰਡ ਆ, ਇਹਦੇ ਵਿੱਚ ਆਪ ਪਰਮੇਸ਼ਰ ਵੱਖ-ਵੱਖ ਰੂਪਾਂ ਦੇ ਵਿੱਚੋਂ ਆ, ਬਨਸਪਤੀ ਰੂਪ ਦੇ ਵਿੱਚ ਆ, ਹੈ ਨਾ, ਜੀਵ ਜੰਤੂਆਂ ਦੇ ਰੂਪ ਦੇ ਵਿੱਚ ਆ। ਪੜ੍ਹਦੇ ਆ ਨਾ ਆਪਾਂ, ਕਈ ਵਾਰੀ ਆਪਾਂ ਇਹ ਤੋਂ ਸਾਂਝੀ ਕੀਤੀ ਆ, ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰਹੇ। ਗੁਰੂ ਸਾਹਿਬ ਦੱਸਦੇ ਨੇ, ਮਹਾਰਾਜ ਕਹਿੰਦੇ ਸਾਰਿਆਂ ਦੇ ਵਿੱਚ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਅਸਥਾਵਰ ਦਾ ਅਰਥ ਜਿਹੜੇ ਇੱਕੋ ਹੀ ਥਾਂ ਤੇ ਟਿਕੇ ਹੋਏ ਨੇ, ਬਨਸਪਤੀ ਹੈ, ਦਰਖਤ ਨੇ, ਵੇਲਾਂ ਨੇ, ਬੂਟੇ ਨੇ, ਫਸਲ ਆ, ਪਹਾੜ ਨੇ, ਜੋ ਇੱਕੋ ਹੀ ਥਾਂ ਤੇ ਟਿਕੇ ਨੇ। ਜੰਗਮ ਦਾ ਅਰਥ ਜੋ ਚੱਲ ਸਕਦੇ ਨੇ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੇ ਨੇ, ਹਵਾ ਆ, ਪਾਣੀ ਹੈ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦਾ ਆ। ਫਿਰ ਪੰਛੀ ਨੇ, ਜਾਨਵਰ ਨੇ, ਪਸ਼ੂ ਨੇ, ਇਨਸਾਨ ਨੇ, ਸੂਖਸ਼ਮ ਤੇ ਦਿਸਣ ਵਾਲੇ ਕਿੰਨੇ ਐਸੇ ਜੀਵ ਨੇ ਜੋ ਟਰੈਵਲ ਕਰ ਸਕਦੇ ਇੱਕ ਥਾਂ ਤੋਂ ਦੂਜੀ ਥਾਂ ਤੇ, ਉਹਨਾਂ ਨੂੰ ਜੰਗਮ ਕਹਿ ਦਿੰਦੇ ਆ। ਉਹ ਸਾਰੀਆਂ
ਪ੍ਰਕਿਰਤੀ ਦੀਆਂ ਰਚਨਾਵਾਂ ਜਿਹੜੀਆਂ ਇੱਕ ਥਾਂ 'ਤੇ ਟਿਕੀਆਂ ਅਤੇ ਉਹ ਜੋ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਸਕਦੀਆਂ, ਸਾਰਿਆਂ ਵਿੱਚ ਅਸਥਾਵਰ ਟਿਕੇ ਹੋਏ, ਜੰਗਮ ਮੂਵੇਬਲ, ਜੋ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਸਕਦੇ ਆ, ਘੱਟ ਘੱਟ ਰਾਮ ਸਮਾਨਾਰੇ, ਸਾਰਿਆਂ ਦੇ ਵਿੱਚ ਪਰਮੇਸ਼ਰ ਵਿਆਪਕ ਆ। ਅਤੇ ਇਹਨਾਂ ਦੇ ਰਾਹੀਂ ਉਹ ਸੰਭਾਲ ਕਰ ਰਿਹਾ ਹੈ ਨਾ। ਬਨਸਪਤੀ ਦੀ ਰਾਹੀਂ ਆਕਸੀਜਨ ਦੇ ਰਿਹਾ ਆ, ਸੰਭਾਲ ਹੋ ਰਹੀ ਆ, ਪਾਉਣ ਰਾਹੀਂ ਸੰਭਾਲ ਹੋ ਰਹੀ ਆ, ਪਾਣੀ ਰਾਹੀਂ ਸੰਭਾਲ ਹੋ ਰਹੀ ਆ, ਸੂਰਜ ਰਾਹੀਂ ਸੰਭਾਲ ਹੋ ਰਹੀ ਆ, ਇਹਦਾ ਇਨਸਾਨਾਂ ਰਾਹੀਂ ਸੰਭਾਲ ਹੋ ਰਹੀ ਹੈ, ਜੀਵ ਜੰਤੂਆਂ ਰਾਹੀਂ ਸੰਭਾਲ। ਇਹ ਸਾਰੀ ਸੰਭਾਲ ਉਹ ਉਸ ਦੇ ਬਣਾਏ ਹੋਏ ਇੱਕ ਨਿਯਮ ਦੇ ਰਾਹੀਂ ਹੋ ਰਹੀ ਹੈ, ਹੁੰਦੀ ਜਾ ਰਹੀ ਹੈ। ਸੋ ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣਹਾਰਾ, ਆਪ ਹੀ ਇਸ ਨੂੰ ਦੇਖਣਹਾਰ ਹੈ। ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹਿ ਨਿਆਰਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਅਸਲ ਵਿੱਚ ਭਾਈ ਨਾਨਾ ਰੂਪ ਧਰੇ ਬਹੁ ਰੰਗੀ, ਆ ਸਾਰੇ ਨਾਨਾ ਅਨੇਕਾਂ ਰੂਪ ਪਰਮੇਸ਼ਰ ਦੇ ਨੇ, ਇਹਨਾਂ ਦੇ ਵਿੱਚ ਰੱਬ ਹੀ ਵਿਆਪਕ ਹੈ। ਧਰੇ ਬਹੁ ਰੰਗੀ, ਇਹ ਸਾਰੇ ਬਹੁ ਰੰਗਾਂ ਭੰਤਾਂ ਦੇ ਰੂਪ ਉਸੇ ਨਹੀਂ ਧਰੇ ਹੋਏ ਹਨ। ਪਰ ਜੇ ਤੁਸੀਂ ਆਖੋ ਵੀ ਸਥੂਲ ਰੂਪ ਦੇ ਵਿੱਚ ਅਸੀਂ ਰੱਬ ਦਾ ਦਰਸ਼ਨ ਕਰਨਾ, ਦੀਦਾਰ ਕਰਨਾ, ਤਾਂ ਸਭ ਤੇ ਰਹਿ ਨਿਆਰਾ, ਤਾਂ ਸਾਰਿਆਂ ਤੋਂ ਨਿਆਰਾ ਆ। ਭਾਵ ਕੋਈ ਇੱਕ ਸ਼ਕਲ ਉਸ ਦੀ ਕਥਨ ਨਹੀਂ ਕੀਤੀ ਜਾ ਸਕਦੀ ਬਈ ਆ ਇਨਸਾਨ ਦੀ ਸ਼ਕਲ ਰੱਬ ਨਾਲ ਮਿਲਦੀ ਆ ਜਾਂ ਬਨਸਪਤੀ ਦੇ ਦਰਖਤ ਦੀ ਸ਼ਕਲ ਰੱਬ ਨਾਲ ਮਿਲਦੀ ਆ, ਨਾ, ਸਭ ਤੇ ਰਹਿ ਨਿਆਰਾ। ਇੱਦਾਂ ਉਹ ਸਾਰਿਆਂ ਤੋਂ ਨਿਆਰਾ ਆ। ਅਸਥੂਲ ਰੂਪ, ਸਥੂਲ ਰੂਪ ਦੇ ਵਿੱਚ ਉਸ ਦੀ ਕੋਈ ਸ਼ਕਲ ਨਹੀਂ ਆ, ਪਰ ਹਾਂ ਨਿਰਗੁਣ ਰੂਪ ਦੇ ਵਿੱਚ ਸਮਾਇਆ ਹੋਇਆ ਉਹੀ ਹੈ ਸਾਰਾ। ਨਿਰਗੁਣ ਸਰਗੁਣ ਏਕ ਹੈ, ਨਿਰਗੁਣ ਵੀ ਆਪ, ਨਿਰਗੁਣ ਆਪ, ਸਰਗੁਣ ਵੀ ਉਹੀ, ਉਸ ਇੱਕੋ ਹੀ ਪਰਮੇਸ਼ਰ ਆ। ਉਹੀ ਨਿਰਗੁਣ, ਉਹੀ ਸਰਗੁਣ, ਉਸੇ ਨੂੰ ਹੀ ਸਾਰੀਆਂ ਥਾਵਾਂ 'ਤੇ ਮੰਨਿਆ ਗਿਆ ਹੈ। ਅਤੇ ਗੁਰੂ ਜੀ ਅੱਗੋਂ ਦੱਸਦੇ ਨੇ, ਅਗਣਤ ਅਪਾਰ ਅਲਖ ਨਿਰੰਜਨ। ਅਗਣਤ ਗਿਣਤੀ ਤੋਂ ਪਰੇ ਆ, ਤੁਸੀਂ ਇਹਦਾ ਮਾਲਾ ਦੇ ਮਣਕਿਆਂ ਨਾਲ ਗਿਣ ਗਿਣ ਕੇ ਪ੍ਰਾਪਤੀ ਨਹੀਂ ਕਰ ਸਕਦੇ। ਅਪਾਰ ਪਰੇ ਤੋਂ ਵੀ ਪਰੇ ਆ, ਇੱਕ ਥਾਂ 'ਤੇ ਟਿਕ ਕੇ ਬੈਠ ਕੇ ਉਸ ਦੀ ਪ੍ਰਾਪਤੀ ਦੀ ਗੱਲ ਨਹੀਂ ਕਰ ਸਕਦੇ। ਅਲਖ, ਉਸ ਨੂੰ ਲਿਖਿਆ ਨਹੀਂ ਜਾ ਸਕਦਾ, ਤਸਵੀਰਾਂ ਨਹੀਂ ਬਣ ਸਕਦੀਆਂ, ਚਿੱਤਰ ਨਹੀਂ ਬਣ ਸਕਦਾ, ਸ਼ਕਲ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਨਿਰੰਜਨ, ਮਾਇਆ ਤੋਂ ਰਹਿਤ ਆ, ਹਰ ਪ੍ਰਕਾਰ ਦੇ ਔਗੁਣਾਂ ਤੋਂ ਰਹਿਤ ਹੈ। ਜਿਹ ਸਭ ਜਗ ਪਰਮਾਇਓ, ਕਹਿੰਦੇ ਇਹ ਸਾਰਾ ਜਗਤ ਮਾਨੋ ਉਸੇ ਦਾ ਹੀ ਪਰਮਾਇਆ ਹੋਇਆ ਹੈ। ਇਹ ਸਾਰਾ ਜਗਤ ਜਿਹੜਾ ਭਰਮਾਂ 'ਚ ਪਿਆ ਨਾ, ਭਰਮਾਂ 'ਚ ਵੀ ਉਸੇ ਦਾ ਹੀ ਪਾਇਆ ਹੋਇਆ ਹੈ। ਜਾਂ ਇਉਂ ਕਹਿ ਲਈਏ ਵੀ ਜਗਤ ਦੇ ਵਿੱਚ ਨੈਗੇਟਿਵ ਪੋਜ਼ੀਟਿਵ ਜੋ ਦੋ ਤਾਕਤਾਂ ਚੱਲ ਰਹੀਆਂ ਨੇ, ਜਿਨ੍ਹਾਂ ਕਰਕੇ ਇਹ ਸਾਰੇ ਦਾ ਸਾਰਾ ਬ੍ਰਹਿਮੰਡ ਚੱਲ ਰਿਹਾ ਹੈ। ਚੰਗਿਆਈ ਵੀ ਹੈ ਇਹਦੇ ਵਿੱਚ, ਬੁਰਿਆਈ ਵੀ ਹੈ ਇਹਦੇ ਵਿੱਚ। ਅਤੇ ਕਈ ਲੋਕੀ ਬੁਰਿਆਈ ਦੇ ਪਿੱਛੇ ਲੱਗ ਕੇ ਭਰਮ 'ਚ ਪੈ ਕੇ ਸੱਚ ਨਾਲੋਂ ਟੁੱਟ ਜਾਂਦੇ ਆ। ਸਗਲ ਧਰਮ ਭਰਮ ਤਜ ਨਾਨਕ ਪ੍ਰਾਣੀ, ਹੇ ਪ੍ਰਾਣੀ ਤੂੰ ਸਾਰੇ ਭਰਮਾਂ ਨੂੰ ਤਜ। ਨਾਨਕ ਜੀ ਮਹਾਰਾਜ ਇਹ ਕਹਿ ਰਹੇ ਨੇ, ਐ ਮਨੁੱਖ ਤੂੰ ਭਰਮਾਂ ਨੂੰ ਤਜ, ਸਾਰੇ ਹੀ ਜਿਹੜੇ ਭਰਮ ਤੈਨੂੰ ਪਏ ਹੋਏ ਇਹਨਾਂ ਨੂੰ ਛੱਡ ਦੇ। ਚਰਨ ਤਾਂ ਹੀ ਚਿੱਤ ਲਾਇਓ, ਤੂੰ ਪਰਮੇਸ਼ਰ ਦੇ ਚਰਨ ਨਾਲ ਚਿੱਤ ਜੋੜ। ਅਤੇ ਚਰਨ ਉਸਦੇ ਤੇਰੇ ਤੋਂ ਪਰੇ ਨਹੀਂ ਨੇ, ਤੇਰੇ ਅੰਦਰ ਹੀ ਨੇ, ਤੇਰੇ ਮਨ ਵਿੱਚ ਹੀ ਨੇ। ਤੂੰ ਆਪ ਹੀ ਰੱਬ ਦਾ ਰੂਪ ਆ। ਹੁਣ ਜਦੋਂ ਗੁਰੂ ਸਾਹਿਬ ਇਹ ਗੱਲ ਕਹਿੰਦੇ ਹੋਣਗੇ ਸਾਰਿਆਂ ਨੂੰ ਵੀ ਤੁਸੀਂ ਰੱਬ ਦਾ ਰੂਪ ਹੋ, ਤੁਹਾਡੇ ਆਪਣੇ ਅੰਦਰ ਰੱਬ ਦੀ ਜੋਤ ਹੈ। ਜੇ ਕੋਈ ਗੱਲ ਨਹੀਂ, ਜੇ ਤੁਹਾਨੂੰ ਮੰਦਰਾਂ 'ਚ ਨਹੀਂ ਵੜਨ ਦਿੱਤਾ ਜਾਂਦਾ ਨੀਵੀਂ ਜ਼ਾਤ ਦੇ ਆਖ ਕੇ, ਕੋਈ ਗੱਲ ਨਹੀਂ ਜੇਕਰ ਤੁਹਾਡੇ ਉੱਪਰ ਕਈ ਪ੍ਰਕਾਰ ਦੇ ਫਤਵੇ ਜਾਰੀ ਕੀਤੇ ਜਾਂਦੇ ਆ, ਤੁਹਾਡੇ ਆਪਣੇ ਅੰਦਰ ਰੱਬ ਦੀ ਜੋਤ ਆ। ਤੁਸੀਂ ਐਲਾਨੀਆ ਤੌਰ 'ਤੇ ਕਹਿ ਦਿਓ ਬਈ ਅਸੀਂ ਨਹੀਂ ਤੁਹਾਡੇ ਹੈਗੇ, ਛੱਡਿਆ ਤੁਹਾਨੂੰ, ਗੁਰੂ ਨਾਨਕ ਦੀ ਸ਼ਰਨ ਲਈ, ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅਪਣਾਇਆ, ਅਤੇ ਉਹਦੇ ਮੁਤਾਬਕ ਸਾਨੂੰ ਪਤਾ ਚੱਲ ਗਿਆ ਵਾ ਵੀ ਸਾਡੇ ਆਪਣੇ ਅੰਦਰ ਪਰਮੇਸ਼ਰ ਦਾ ਰੂਪ ਹੈ। ਸਾਨੂੰ ਖੁਦ ਖੁਦਾ ਨੇ ਸਿਰਜਿਆ ਹੋਇਆ ਹੈ, ਸਾਡੇ ਵਿੱਚ ਰੱਬ ਵਿੱਚ ਕੋਈ ਭਿੰਨਤਾ ਨਹੀਂ ਹੈ। ਹਾਂ, ਆਪਣੇ ਆਪ ਨੂੰ ਰੱਬ ਹੋਣ ਦਾ ਭਰਮ ਨਹੀਂ ਪਾਲ ਲੈਣਾ, ਲੋਕਾਂ ਤੋਂ ਆਪਣੀ ਪੂਜਾ ਮਾਨਤਾ ਕਰਾਉਣੀ ਨਹੀਂ ਸ਼ੁਰੂ ਕਰ ਦੇਣੀ, ਪਰ ਹਾਂ ਆਪਣੇ ਆਪ ਨੂੰ ਰੱਬ ਦਾ ਰੂਪ ਜਾਣਨਾ ਆ, ਜਾਣਨਾ, ਤਾਂ ਕਿ ਕੋਈ ਤੁਹਾਨੂੰ ਗੁੰਮਰਾਹ ਨਾ ਕਰ ਸਕੇ। ਜਦੋਂ ਗੁਰੂ ਸਾਹਿਬ ਨੇ ਇਹ ਦੱਸਿਆ ਹੋਣਾ, ਫਿਰ ਉਹ ਪੁਜਾਰੀ, ਉਹ ਦੁਕਾਨਦਾਰ ਜਿਨ੍ਹਾਂ ਦੀਆਂ ਦੁਕਾਨਾਂ ਇਸ ਪ੍ਰਚਾਰ ਨਾਲ ਲੋਕਾਂ ਨੂੰ ਸਮਝ ਆਉਣ ਕਰਕੇ ਬੰਦ ਹੁੰਦੀਆਂ ਹੋਣੀਆਂ, ਉਹ ਤਾਂ ਫਿਰ ਤੜਫਦੇ ਹੀ ਹੋਣਗੇ ਨਾ। ਜਦੋਂ ਗੁਰੂ ਸਾਹਿਬ ਕਹਿੰਦੇ ਹੋਣਗੇ ਵੀ ਜੋਗੀ ਜਤੀ ਤਪੀ ਪਚਹਾਰੇ ਅਰ ਬਹੁ ਲੋਕ ਸਿਆਣੇ, ਤਾਂ ਉਹ ਜੋਗੀ ਜਤੀ ਤਪੀ ਅਤੇ ਉਸ ਹੋਰ ਸਿਆਣੇ, ਉਹ ਤਾਂ ਫਿਰ ਔਖੇ ਹੁੰਦੇ ਹੋਣਗੇ ਨਾ ਵੀ ਸਾਡੀ ਮਿਹਨਤ ਨੂੰ ਗੁਰੂ ਸਾਹਿਬ ਇੱਦਾਂ ਜ਼ੀਰੋ ਕਰ ਰਹੇ ਨੇ, ਅਸੀਂ ਕੀ ਮੰਨ ਕੇ ਬੈਠੇ ਹਾਂ ਅਤੇ ਕਿਵੇਂ ਸਮਝਾ ਰਹੇ ਨੇ।
ਜਿਨ੍ਹਾਂ ਨੂੰ ਤੇ ਸੱਚ ਦੀ ਸਮਝ ਸੀ, ਸੱਚ ਦੀ ਚਾਹਤ ਸੀ, ਉਹ ਤੇ ਭੱਜ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਗਏ। ਵੀ ਚਾਹਤ ਸੀ ਸਾਡੇ ਅੰਦਰ ਪ੍ਰਾਪਤੀ ਦੀ, ਪਰ ਸਾਨੂੰ ਪਤਾ ਨਹੀਂ ਸੀ, ਜਿਵੇਂ ਦੱਸਿਆ ਚੱਲੇ। ਹੁਣ ਤੁਸੀਂ ਦੱਸਿਆ ਤੇ ਸਾਨੂੰ ਗੱਲ ਸਮਝ ਪੈਗੀ। ਪਰ ਜਿਹੜੇ ਈਗੋਇਸਟਿਕ ਸੀ, ਜਿਨ੍ਹਾਂ ਦੇ ਅੰਦਰ ਹੰਕਾਰ ਸੀ, ਜਿਨ੍ਹਾਂ ਦੇ ਅੰਦਰ ਮੈਂ ਮੇਰੀ ਸੀ, ਉਹਨਾਂ ਤੋਂ ਫਿਰ ਛੱਡ ਨਹੀਂ ਹੋਇਆ, ਹਉਮੈ ਦਾ ਪੱਲਾ ਵਿਰੋਧ ਕੀਤਾ, ਜਿਸ ਦਾ ਖਮਿਆਜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਫਿਰ ਭੁਗਤਣਾ ਪਿਆ ਆਪਣੀ ਸ਼ਹਾਦਤ ਰੂਪ ਦੇ ਵਿੱਚ। ਖੈਰ, ਇੱਥੇ ਤੱਕ ਆਪਾਂ ਜੋ 14 ਨੰਬਰ ਸ਼ਬਦ ਹੈ ਉਸ ਦੀ ਵਿਚਾਰ ਕੀਤੀ ਆ। ਅਗਲਾ ਸੋਰਠ ਰਾਗ ਦਾ 15 ਨੰਬਰ ਸ਼ਬਦ ਅਗਲੇ ਹਿੱਸੇ ਵਿੱਚ ਸਾਂਝਾ ਕੀਤਾ ਜਾਏਗਾ। ਜੁੜੇ ਰਹੋ ਸਾਡੇ ਨਾਲ ਇਸੇ ਤਰ੍ਹਾਂ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਦੇ ਉੱਪਰ। ਔਰ ਜੇਕਰ ਤੁਹਾਨੂੰ ਇਹ ਵਿਚਾਰ ਚੰਗੀ ਲੱਗਦੀ ਆ ਤਾਂ ਤੁਸੀਂ ਇਸ ਨੂੰ ਸਾਂਝਿਆ ਕਰੋ। ਇਹਦੇ ਪ੍ਰਤੀ ਕੋਈ ਸੁਝਾਅ ਹੋਵੇ WhatsApp ਰਾਹੀਂ, ਈਮੇਲ ਰਾਹੀਂ ਦੇ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਪ੍ਰਾਪਤ ਹੋ ਜਾਣਾ ਹੈ। ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਜੁੜੇ ਰਹੋ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਉੱਪਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।